ਜਿਹਾ ਲੱਗ ਗਿਆ ਕਿ ਮੈਂ ਅੱਜ ਤੁਹਾਡੇ ਨਾਲ ਚਰਚਾ ਰਾਜਨੀਤੀ ਦੇ ਕਰਨੀ ਆ। ਸਾਡਾ ਸਮਾਜ ਜਮਾਤੀ ਸਮਾਜ ਆ। ਇੱਕ ਬੰਨੇ ਮਿਹਨਤੀ ਲੋਕ ਆ ਜਿਹੜੇ ਲੁੱਟ ਹੋ ਰਹੇ ਆ, ਦੂਜੇ ਬੰਨੇ ਲੁੱਟਣ ਵਾਲਿਆਂ ਦਾ ਸਮਾਜ ਹੈ। ਪੂੰਜੀਪਤੀ, ਜਗੀਰਦਾਰ, ਅਫਸਰ, ਹਾਕਮ, ਇਹ ਲੁਟੇਰੇ ਵਰਗੇ ਆ। ਇਸ ਕਰਕੇ ਰਾਜਨੀਤੀ ਲੁਟੇਰੇ ਵਰਗ ਦੀ ਆਪਣੀ ਰਾਜਨੀਤੀ ਆ ਤੇ ਲੁੱਟ ਹੋਣ ਵਾਲੇ ਵਰਗ ਦੀ ਵੱਖਰੀ ਰਾਜਨੀਤੀ ਆ। ਲੁਟੇਰਾ ਵਰਗ ਰਾਜਨੀਤੀ ਕਰਕੇ ਜ਼ਮੀਨਾਂ ਤੇ ਕਾਬਜ ਹੋ ਗਿਆ। ਲੁਟੇਰਾ ਵਰਗ ਰਾਜਨੀਤੀ ਕਰਕੇ ਕਾਰਖਾਨਿਆਂ, ਮਿੱਲਾਂ, ਖਾਨਾਂ ਦੇ ਉੱਤੇ ਕਾਬਜ ਹੋ ਗਿਆ। ਔਰ ਜਿਹੜਾ ਮਜ਼ਦੂਰ ਵਰਗ ਆ, ਰਾਜਨੀਤੀ 'ਚ ਦਿਲਚਸਪੀ ਨਾ ਲੈਣ ਕਰਕੇ ਵੀ ਗਰੀਬ ਆ, ਸਿਰਫ ਕੰਮ ਕਰੋ, ਰਾਜਨੀਤੀ ਨਾ ਕਰੋ, ਇਸ ਵਿਚਾਰਾਂ ਦੇ ਕਰਕੇ ਸਭ ਕਾਸੇ ਤੋਂ ਵਾਂਝਾ ਰਹਿ ਗਿਆ। ਅੱਜ ਮਜ਼ਦੂਰਾਂ ਦੇ ਹੱਥਾਂ ਤੋਂ ਸਿਵਾਏ ਕੰਮ ਕਰਨ ਵਾਲੇ ਆਪਣਾ ਕੁਛ ਨਹੀਂ ਗਾ। ਹੱਥ ਕਿਸੇ ਦੇ ਸਾਧਨ ਤੇ ਜਾ ਕੇ ਕੰਮ ਕਰਨੇ ਆ ਤੇ ਸਾਧਨ ਦਾ ਮਾਲਕ, ਜ਼ਮੀਨ ਦਾ, ਕਾਰਖਾਨੇ ਦਾ ਮਾਲਕ ਹੋਣ ਦੀ ਵਜ੍ਹਾ ਕਰਕੇ ਉਹਦਾ ਹੱਥ ਉੱਤੇ ਆ। ਕੰਮ ਕਰਨ ਦਾ ਜਿਹੜਾ ਮਜ਼ਦੂਰ ਆਪਣੀ ਮਿਹਨਤ ਵੇਚਦਾ, ਉਹ ਵੇਚ ਕੇ ਆਪਣੀ ਰੋਟੀ ਪਾਣੀ ਖਾਂਦਾ ਆ, ਉਹਦਾ ਗੁਜ਼ਾਰਾ ਹੁੰਦਾ ਆ। ਗੁਜ਼ਾਰਾ ਕਰਨ ਲਈ ਉਹਨੂੰ ਮਿਹਨਤ ਲਾਜ਼ਮੀ ਤੌਰ ਤੇ ਵੇਚਣੀ ਪੈਂਦੀ ਰੋਜ਼ ਦੀ ਰੋਜ਼। ਜਿਸ ਕਰਕੇ ਮਜ਼ਦੂਰ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਉਹਦੀ ਸੌਦੇਬਾਜ਼ੀ 'ਚ ਕਮਜ਼ੋਰ ਆ। ਉਹਦੀ ਰਾਜਨੀਤੀ ਕਮਜ਼ੋਰ ਹੋਣ ਕਰਕੇ ਸਟੇਟ ਤੇ ਉਹਦਾ ਕਬਜ਼ਾ ਕੋਈ ਨਹੀਂ। ਸਟੇਟ ਦੀ ਪਾਵਰ ਜਿਹੜੀ ਆ ਪੁਲਿਸ ਆ, ਜੇ ਉਹ ਆਪਣੀ ਯੂਨੀਅਨ ਬਣਾ ਕੇ ਆਪਣੇ ਹੱਕ ਲਈ, ਆਪਣੀ ਦਿਹਾੜੀ ਵਧਾਉਣ ਲਈ, ਕਾਰਖਾਨੇ 'ਚ ਆਪਣੀ ਲੇਬਰ ਵਧਾਉਣ ਲਈ ਜਦੋਂ ਵੀ ਉਹ ਆਵਾਜ਼ ਚੱਕਦਾ ਤੇ ਪੁਲਿਸ ਇੱਕਦਮ ਆਣ ਕੇ ਉੱਥੇ ਡੇਰਾ ਲਾ ਲੈਂਦੀ, ਬੰਦੂਕਾਂ ਲੈ ਕੇ, ਗੋਲੀਆਂ ਲੈ ਕੇ ਆ ਜਾਂਦੀ ਆ ਔਰ ਮਜ਼ਦੂਰਾਂ ਦੇ ਲੀਡਰਾਂ ਨੂੰ ਫੜ ਕੇ ਅੰਦਰ ਦੇ ਦਿੰਦੀ ਆ ਔਰ ਦਹਿਸ਼ਤ ਪਾਉਂਦੀ ਆ, ਝੂਠੇ ਕੇਸ ਬਣਾਉਂਦੀ ਆ। ਇਸ ਕਰਕੇ ਰਾਜਨੀਤੀ ਕਰਕੇ ਮਜ਼ਦੂਰ ਦੀਆਂ ਜਿਹੜੀਆਂ ਤਨਖਾਹਾਂ ਆ, ਉਹ ਜਿੰਨੀ ਚਾਹੀਦੀ 21,000 ਰੁਪਈਆ ਮਜ਼ਦੂਰ ਦਾ ਗੁਜ਼ਾਰਾ ਕਰਨ ਲਈ ਘੱਟੋ ਘੱਟ ਚਾਹੀਦਾ ਆ 2700 ਕਲੋਰੀ ਭੋਜਨ ਪੂਰਾ ਕਰਨ ਲਈ। ਲੇਕਿਨ 21,000 ਦੀ ਥਾਂ ਮਜ਼ਦੂਰਾਂ ਨੂੰ ਸਿਰਫ 5-6 ਹਜ਼ਾਰ ਰੁਪਈਆ ਮਿਲਦਾ। ਦਿਹਾੜੀ 300-400 ਮਿਲਦੀ ਆ ਔਰ ਮਹੀਨੇ 'ਚ 15-20 ਦਿਨ ਕੰਮ ਮਿਲਦਾ। ਇਸ ਤੋਂ ਵੱਧ ਲਗਾਤਾਰ ਕੰਮ ਨਹੀਂ ਮਿਲਦਾ। ਜਿਸ ਕਰਕੇ ਗਰੀਬ ਜਿਹੜੀ ਜਨਤਾ ਆ 99% ਹੋ ਕੇ ਵੀ ਆਪਣਾ ਭੁੱਖ ਨਾ ਮਰਦੀ ਆ, ਦਾਣੇ ਦਾਣੇ ਲਈ ਤਰਸਦੀ ਆ। ਲੋੜਾਂ ਉਹਦੀਆਂ ਪੂਰੀਆਂ ਨਹੀਂ ਹੁੰਦੀਆਂ। ਇਲਾਜ ਕੋਲੋਂ ਬੰਦੇ ਮਰ ਜਾਂਦੇ ਆ ਔਰ ਖੁਰਾਕ ਘੱਟ ਹੋਣ ਕਰਕੇ ਜਿਹੜਾ ਆ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਆ। TB, ਕੈਂਸਰ, ਕਈ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਆ ਉਹ ਲੱਗਦੀਆਂ, ਕਿਉਂਕਿ ਸਾਨੂੰ ਖਾਣ ਲਈ ਮਿਲਾਵਟ ਭਰੀਆਂ ਚੀਜ਼ਾਂ ਮਿਲਦੀਆਂ ਔਰ ਮੁਨਾਫਾਖੋਰ ਜਿਹੜੇ ਆ ਉਹ ਹਰ ਚੀਜ਼ ਵੱਧ ਰੇਟ 'ਤੇ ਵੇਚਦੇ ਆ। ਚੀਜ਼ਾਂ ਦਾ ਕਾਲ ਪਾ ਕੇ ਆਦਿ ਥੋੜ੍ਹੋਂ ਪੈਦਾ ਕਰਕੇ ਸਟਾਕ ਕਰਕੇ ਕਿ ਜਿਹੜੀ ਆ ਦਾਲ ਜਿਹੜੀ ਸਾਨੂੰ ਦਾਲ 30-35 ਰੁਪਏ ਕਿਲੋ ਮਿਲਣੀ ਚਾਹੀਦੀ ਆ, ਉਹ 100-150 ਰੁਪਏ ਕਿਲੋ ਮਿਲਦੀ ਆ। ਪਿਆਜ਼ ਜਿਹੜਾ ਨਾਸਿਕ 'ਚੋਂ ਮਿਲਦਾ 3-4 ਰੁਪਏ ਕਿਲੋ ਤੋਂ ਵੱਧ ਨਹੀਂ ਉੱਥੇ ਰੇਟ ਹੁੰਦਾ, ਲੇਕਿਨ ਉਹ ਲੈ ਕੇ ਪਿਆਜ਼ 80-80 ਰੁਪਏ ਕਿਲੋ ਮਿਲਦਾ। ਦਵਾਈਆਂ 700 ਗੁਣਾ ਮਹਿੰਗੀਆਂ ਮਿਲਦੀਆਂ, ਕਿਉਂਕਿ ਦਵਾਈਆਂ ਦੇ ਉੱਤੇ ਵਿਦੇਸ਼ੀ ਕੰਪਨੀਆਂ ਨੇ ਮੋਨੋਪਲੀ ਬਣਾ ਲਈ ਹੋਈ। ਸੋ ਇਹ ਰਾਜਨੀਤੀ ਦੀ ਵਜ੍ਹਾ ਕਰਕੇ ਸਾਰਾ ਕੁਝ ਹੋ ਰਿਹਾ। ਰਾਜਨੀਤੀ ਇੱਕ ਲੁਟੇਰੇ ਵਰਗ ਦੀ ਜਿਹੜੀ ਰਾਜਨੀਤੀ ਆ, ਉਹ ਲੁੱਟਣ ਦੀ ਰਾਜਨੀਤੀ ਆ। ਕਿੱਦਾਂ ਲੁੱਟਦੇ ਆ? ਪਹਿਲੇ ਗੱਲ ਤੇ ਕਿ ਲੁਟੇਰਾ ਵਰਗ ਜਿਹੜਾ ਪੂੰਜੀਪਤੀ ਚਾਹੁੰਦੇ ਆ ਕਿ ਲੋਕ ਜਿਹੜੇ ਕੰਮ ਕਰਦੇ ਉਹਨਾਂ ਦੇ ਮਜ਼ਦੂਰ, ਉਹ ਘੱਟ ਤੋਂ ਘੱਟ ਦਿਹਾੜੀ ਉਹਨਾਂ ਨੂੰ ਦੇਣੀ ਪਵੇ। ਘੱਟ ਤੋਂ ਘੱਟ ਦਿਹਾੜੀ ਤਾਂ ਦਿੱਤੀ ਜਾਂਦੀ ਆ ਜੇ ਮਜ਼ਦੂਰ ਵੱਧ ਤੋਂ ਵੱਧ ਬੇਰੁਜ਼ਗਾਰ ਹੋਣਗੇ। ਬੇਰੁਜ਼ਗਾਰੀ ਪੈਦਾ ਕਰਨ ਲਈ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਉਹ ਜ਼ਿੰਮੇਵਾਰ ਆ। ਜਿਹੜੀ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਆ, ਉਹ ਲਾਜ਼ਮੀ ਤੌਰ 'ਤੇ ਉਹਦੀਆਂ ਨੀਤੀਆਂ ਜਿਹੜੀਆਂ ਹੋਣਗੀਆਂ ਵੱਧ ਤੋਂ ਵੱਧ ਬੇਰੁਜ਼ਗਾਰੀ ਪੈਦਾ ਕਰਨੀਆਂ। ਪਹਿਲਾਂ ਕਾਂਗਰਸ ਰਾਜ ਕਰਦੀ ਰਹੀ, ਉਹਨੇ ਸਮੇਂ 'ਚ ਬੇਰੁਜ਼ਗਾਰੀ ਵੱਧਦੀ ਰਹੀ। ਹੁਣ BJP ਜਦੋਂ ਦੀ ਰਾਜ ਕਰਦੀ ਆ, 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਔਰ 15 ਲੱਖ ਰੁਪਈਆ ਇਹਨਾਂ ਨੇ ਹਰ ਇੱਕ ਦੇ ਖਾਤੇ 'ਚ ਪਾਉਣ ਦਾ ਵਾਅਦਾ ਕੀਤਾ ਸੀ। ਇਲੈਕਸ਼ਨਾਂ ਜਿੱਤ ਲਈਆਂ। ਜਿੱਤਣ ਤੋਂ ਬਾਅਦ ਇਹ ਸਾਰੇ ਵਾਅਦੇ ਜਿਹੜੇ ਆ ਭੁਲਾ ਦਿੱਤੇ ਗਏ ਔਰ ਕਰੋੜਾਂ 'ਚ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਗਿਆ। ਰਾਜਨੀਤੀ ਕਰਕੇ ਹੀ ਪਹਿਲਾਂ ਆਪਣਾ ਨੋਟਬੰਦੀ ਕੀਤੀ ਗਈ। ਨੋਟਬੰਦੀ ਕਰਕੇ ਕਈ ਕਰੋੜ ਲੋਕ ਜਿਹੜੇ ਆ ਬੇਰੁਜ਼ਗਾਰ ਹੋਏ। ਫਿਰ GST ਲਾਈ, ਉਹਦੇ ਨਾਲ ਵੀ ਕਰੋੜਾਂ ਲੋਕ ਬੇਰੁਜ਼ਗਾਰ ਹੋਏ। ਅੱਜ ਜਿਹੜਾ ਕਰੋਨਾ ਵਾਇਰਸ ਦਾ ਦੌਰ ਚੱਲਿਆ, ਇਹਦੇ 'ਚ ਕੋਈ ਲਗਭਗ 14-15 ਕਰੋੜ ਲੋਕ ਜਿਹੜੇ ਆ ਬੇਰੁਜ਼ਗਾਰ ਹੋਏ ਆ। ਇਹ ਸਰਕਾਰ ਦੀਆਂ ਨੀਤੀਆਂ ਕਰਕੇ ਹੁੰਦੇ ਆ। ਕਿਉਂ ਕਿ ਪਬਲਿਕ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਨੌਕਰੀਆਂ ਆ, ਉਹ ਖਰੀਦ ਸ਼ਕਤੀ ਘਟਣ ਨਾਲ ਲੋਕਾਂ ਕੋਲ ਪੈਸੇ ਨਹੀਂ ਜਾਂਦੇ ਔਰ 73% ਜਿਹੜਾ ਰੁਪਈਆ ਪੈਦਾ ਹੁੰਦਾ GDP, ਉਹਦਾ 73% ਜਿਹੜਾ ਆ ਉਹ 1% ਹੋ ਜਾ ਰਿਹਾ ਤੇ ਬਾਕੀਆਂ ਲਈ ਸਿਰਫ 23%, 27% ਰੁਪਈਆ ਬਚਦਾ ਆ।
ਉਹ 27% 99% ਲੋਕਾਂ ਕੋਲ ਜਾਂਦਾ, ਜਿਹਦੇ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਘਟਦੀ ਆ। ਖਰੀਦ ਸ਼ਕਤੀ ਘਟਣ ਦੇ ਨਾਲ ਜਿਹੜੀਆਂ ਆ ਚੀਜ਼ਾਂ ਬਣੀਆਂ ਉਹ ਵਿਕਦੀਆਂ ਨਹੀਂ, ਸਟਾਕ ਹੋ ਜਾਂਦਾ ਆ, ਗੋਦਾਮ ਭਰ ਜਾਂਦੇ ਆ, ਜਿਹਦਾ ਸਿੱਟਾ ਨਿਕਲਦਾ ਕਿ ਫੈਕਟਰੀਆਂ ਵਾਲੇ ਜਿਹੜੇ ਮੁਨਾਫਾਖੋਰ ਆ, ਮੁਨਾਫੇ ਲਈ ਕੰਮ ਕਰਦੇ ਆ, ਉਹ ਦੂਜੇ ਲਈ ਕੰਮ ਨਹੀਂ ਕਰਦੇ, ਉਹ ਆਪਣੀਆਂ ਫੈਕਟਰੀਆਂ ਬੰਦ ਕਰ ਦਿੰਦੇ ਆ। ਅੱਜ ਆਟੋ ਇੰਡਸਟਰੀ 'ਚ ਕਈ ਲੱਖ ਮਜ਼ਦੂਰ ਜਿਹੜੇ ਆ ਉਹਨਾਂ ਦੀ ਛਾਂਟੀਆਂ ਹੋ ਗਈਆਂ, ਬੰਦ ਕਰਤੀਆਂ। ਇਸ ਤਰ੍ਹਾਂ ਪਾਰਲੇ ਬਿਸਕੁਟ ਆ ਉਹ ਵਿਕਣੋਂ ਹਟ ਗਿਆ, ਪੈਸੇ ਹੈ ਨਹੀਂ ਲੋਕਾਂ ਕੋਲ, ਪਾਰਲੇ ਬਿਸਕੁਟ ਵਿਕਣੋਂ ਹਟ ਗਿਆ, ਉਹਦੀ ਕੰਪਨੀ ਨੇ ਛਾਂਟੀ ਕਰਤੀ ਆ ਲੱਖਾਂ ਦੀ ਗਿਣਤੀ। ਕੱਪੜਾ ਸਨਅਤ ਜਿਹੜੀ ਆ, ਕੱਪੜਾ ਬੇਸ਼ੁਮਾਰ ਸਟਾਕ ਪਿਆ ਆ, ਉਹ ਵਿਕ ਨਹੀਂ ਰਿਹਾ, ਲੋਕਾਂ ਕੋਲ ਪੈਸੇ ਹੈ ਨਹੀਂ ਗੇ, ਰੋਟੀ ਖਾਣ ਜੋਗੇ ਪੈਸੇ ਨਹੀਂ ਪੂਰੇ ਹੁੰਦੇ, ਜਿਹਦੇ ਕਰਕੇ ਖਰੀਦ ਸ਼ਕਤੀ ਘੱਟ ਆ। ਭਲਾਈ ਸਕੀਮਾਂ ਰਾਹੀਂ ਸਰਕਾਰ ਜਿਹੜੀ ਆ ਉਹ ਗਰੀਬਾਂ ਨੂੰ ਕੁਛ ਨਹੀਂ ਦਿੰਦੀ, ਥੋੜ੍ਹਾ ਬਹੁਤਾ ਬਹੁਤ ਹੀ ਘੱਟ ਦਿੰਦੀ ਆ, ਔਰ ਸਾਰਾ ਪੈਸਾ ਜੋ ਬਜਟ ਦੇ ਟੈਕਸਾਂ ਰਾਹੀਂ ਇਕੱਠਾ ਹੁੰਦਾ ਉਹਦਾ ਵੀ ਤਕਰੀਬਨ ਬਹੁਤਾ ਜਿਹੜਾ ਆ ਵੱਡੇ ਵੱਡੇ ਪੂੰਜੀਪਤੀਆਂ ਨੂੰ ਦੇ ਦਿੱਤਾ ਜਾਂਦਾ, ਸਬਸਿਡੀਆਂ ਦਿੱਤੀਆਂ ਜਾਂਦੀਆਂ, ਔਰ ਕਰਜ਼ੇ ਵੱਡੇ ਵੱਡੇ ਦੇ ਕੇ ਮਾਫ ਕਰ ਦਿਓ। ਇਹ ਕੁਛ ਹੋ ਰਿਹਾ, ਬੈਂਕਾਂ ਲੁੱਟ ਕੇ ਲੈ ਗਏ। ਹੁਣ ਆਪਣਾ ਵੱਡੇ ਵੱਡੇ ਮੋਦੀ ਦੇ ਮਿੱਤਰ ਗੁਜਰਾਤੀ ਸੇਠ ਜਿਹੜੀਆਂ ਬੈਂਕਾਂ ਲੁੱਟ ਕੇ ਲੈ ਗਿਆ, ਵਿਜੇ ਮਾਲੀਆ, ਚੌਕਸੀ, ਇਹਦਾ ਦਾ 68,000 ਕਰੋੜ ਆ ਕਰੋਨਾ ਵਾਇਰਸ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੀ ਲੋੜ ਸੀ, ਲੇਕਿਨ ਲੋਕਾਂ ਦੀ ਮਦਦ ਨਹੀਂ ਕੀਤੀ ਸਰਕਾਰ ਨੇ। ਕਿਹਨਾਂ ਦੀ ਮਦਦ ਕੀਤੀ? ਜਿਹੜੇ ਉਹਨਾਂ ਦੇ ਜਮਾਤੀ ਮਿੱਤਰ ਆ, ਜਿਹੜੇ ਪੋਲੀਟਿਕਸ ਉਹ ਕਰਦੇ ਆ, ਉਹਨਾਂ ਨੂੰ 68,000 ਕਰੋੜ ਦਾ ਮਾਫੀ ਦੇ ਦਿੱਤੀ। 20 ਲੱਖ ਕਰੋੜ ਦਾ ਜੋ ਪੈਕੇਜ ਦਿੱਤਾ ਕਰੋਨਾ ਵਾਇਰਸ ਕਰਕੇ, ਉਹ ਵੀ ਸਾਰੇ ਦਾ ਸਾਰਾ ਅਮੀਰਾਂ ਨੂੰ, ਵੱਡੇ ਪੂੰਜੀਪਤੀਆਂ ਨੂੰ ਦਿੱਤਾ। ਸਿਆਸਤ ਕਰਕੇ ਹੀ, ਰਾਜਨੀਤੀ ਕਰਕੇ ਹੀ ਜਿਹੜੀ 8 ਘੰਟੇ ਡਿਊਟੀ ਆ ਲੋਕਾਂ ਨੂੰ ਬੋਲਣੋਂ ਹਟਾਤਾ। ਲੋਕ ਬੋਲ ਨਹੀਂ ਸਕਦੇ, ਮੁਜ਼ਾਹਰੇ ਕਰ ਨਹੀਂ ਸਕਦੇ, ਖੜੇ ਹੋ ਨਹੀਂ ਸਕਦੇ, ਗੱਲ ਕਰ ਨਹੀਂ ਸਕਦੇ, ਵਿਰੋਧ ਕਰ ਨਹੀਂ ਸਕਦੇ। ਉਹਦਾ ਫਾਇਦਾ ਮੋਦੀ ਸਰਕਾਰ ਨੇ ਪੂੰਜੀਪਤੀਆਂ ਨੂੰ ਮੁਨਾਫੇ ਦੇਣ 'ਚ ਕੀਤਾ, ਔਰ 8 ਘੰਟੇ ਦੀ ਡਿਊਟੀ 12 ਕਰਤੀ। ਇਸੇ ਤਰ੍ਹਾਂ ਹੀ ਜਿਹੜੇ ਟ੍ਰੇਡ ਯੂਨੀਅਨ ਐਕਟ ਸੀ ਉਹ ਵੀ ਖਤਮ ਕਰ ਦਿੱਤੇ। ਤੇਲ ਦੀਆਂ ਕੀਮਤਾਂ, ਇੰਟਰਨੈਸ਼ਨਲ ਤੇਲ ਦੀ ਕੀਮਤ ਘਟੀ ਆ, ਮੁਫਤ ਮਿਲ ਰਿਹਾ ਉੱਥੇ, ਲੇਕਿਨ ਇਹਨਾਂ ਨੇ ਇੱਥੇ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਪੂੰਜੀਪਤੀ ਜਮਾਤ ਜੋ ਤੇਲ ਦੀਆਂ ਕੰਪਨੀਆਂ ਅਡਾਨੀ ਅੰਬਾਨੀ ਚਲਾਉਂਦੇ ਆ ਉਹਨਾਂ ਨੂੰ ਲਾਭ ਪਹੁੰਚਾਇਆ। ਸੋ ਬੀਜੇਪੀ ਦੀ ਸਰਕਾਰ ਵੱਡੇ ਯਾਰੇਦਾਰ ਘਰਾਣਿਆਂ ਦੀ ਸਰਕਾਰ ਆ। ਉਹ ਲੋਕਾਂ ਦਾ ਧਿਆਨ ਰੁਜ਼ਗਾਰ ਵੱਲੋਂ ਹਟਾਉਣ ਲਈ, ਮਹਿੰਗਾਈ ਵੱਲੋਂ, ਮਹਿੰਗਾਈ ਕਿੱਦਾਂ ਹੁੰਦੀ ਆ ਇਹ ਵੀ ਦੇਖਣ ਵਾਲੀ ਗੱਲ ਆ, ਇਹਦੇ ਪਿੱਛੇ ਵੀ ਰਾਜਨੀਤੀ ਆ। ਮਹਿੰਗਾਈ ਜੇਕਰ ਸਰਕਾਰ ਠੀਕ ਹੋਵੇ, ਉਹ ਪਿੰਡ ਪਿੰਡ 'ਚ ਦੁਕਾਨਾਂ ਖੋਲ੍ਹ ਲਵੇ, ਸਸਤੀ ਚੀਜ਼ ਨਾਸਿਕ ਤੋਂ ਪਿਆਜ਼ ਲੈ ਲਓ, 2-3 ਰੁਪਏ ਕਿਲੋ ਮਿਲ ਜਾਣਾ, ਪਿਆਜ਼ ਲਿਆ ਕੇ ਇੱਥੇ ਵੇਚ ਦਿਓ, ਉਹਦਾ ਖਰਚਾ ਪਾ ਦਿਓ, 5 ਰੁਪਏ ਕਿਲੋ ਪਿਆਜ਼ ਹਰ ਇੱਕ ਨੂੰ ਮਿਲ ਸਕਦਾ। ਲੇਕਿਨ ਪਿਆਜ਼ ਦੁਕਾਨਾਂ ਨਹੀਂ ਖੋਲ੍ਹਦੀ ਸਰਕਾਰ, ਨਾ ਜਿਹੜੇ ਵਪਾਰੀ ਆ ਜਿਹੜੇ ਸਟਾਕ ਕਰਕੇ ਬਣਾਉਟੀ ਥੋੜ੍ਹੋਂ ਪੈਦਾ ਕਰਦੇ ਆ ਉਹਨਾਂ ਨੂੰ ਸਰਕਾਰ ਕੁਛ ਕਹਿੰਦੀ, ਉਹਨਾਂ 'ਤੇ ਕੋਈ ਬੈਨ ਨਹੀਂ ਲਾਉਂਦੀ, ਜਿਹਦੇ ਕਰਕੇ ਮਹਿੰਗਾਈ ਵੱਧਦੀ ਆ। ਚੀਜ਼ਾਂ ਦੀਆਂ ਟੈਕਸ ਜਿਹੜੇ ਵੱਧਦੇ ਆ ਲਾਉਂਦੀ ਸਰਕਾਰ, ਉਹ ਵੀ ਸਿੱਧੇ ਚੀਜ਼ਾਂ 'ਤੇ ਲੱਗਦੇ ਆ। ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ ਵੱਧਦੀਆਂ, ਉਹਦੇ ਨਾਲ ਵੀ ਮਹਿੰਗਾਈ ਹੁੰਦੀ ਆ। ਸੋ ਮਹਿੰਗਾਈ ਕਰਕੇ ਗਰੀਬਾਂ ਦੀ ਜੇਬ 'ਚ ਜਿਹੜੇ ਪੈਸੇ ਹੁੰਦੇ ਆ ਉਹਨੂੰ ਕਢਾ ਕੇ ਅਮੀਰਾਂ ਦੀਆਂ ਜੇਬਾਂ ਚਲ ਜਾਂਦੇ ਆ। ਇਸੇ ਤਰ੍ਹਾਂ ਮਜ਼ਦੂਰੀ ਦੇ ਵਿੱਚ ਪੈਸੇ ਚਲ ਜਾਂਦੇ ਆ, ਬੇਰੁਜ਼ਗਾਰੀ ਪੈਦਾ ਕਰਨ ਲਈ ਸਰਕਾਰ ਦੀਆਂ ਨੀਤੀਆਂ ਪੈਦਾ ਕਰਦੀਆਂ। ਪਬਲਿਕ ਸੈਕਟਰ 'ਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ, ਸਰਕਾਰੀ ਮਹਿਕਮਿਆਂ ਵਿੱਚ ਰੁਜ਼ਗਾਰ ਦਿੱਤਾ ਜਾ ਸਕਦਾ। ਸਰਕਾਰੀ ਮਹਿਕਮਿਆਂ 'ਚ ਹੁਣ ਜਿੰਨੀਆਂ ਪੋਸਟਾਂ ਖਾਲੀ ਹੁੰਦੀਆਂ ਉਹਨਾਂ ਨੂੰ ਭਰਿਆ ਹੀ ਨਹੀਂ ਜਾਂਦਾ, ਔਰ ਪੋਸਟਾਂ ਖਤਮ ਕੀਤੀਆਂ ਜਾਂਦੀਆਂ, ਵਿਭਾਗ ਖਤਮ ਕਰਤੇ ਜਾਂਦੇ ਆ, ਜਿਹਦਾ ਸਿੱਟਾ ਕੀ ਨਿਕਲਿਆ ਕਿ ਸਰਕਾਰੀ ਪੋਸਟਾਂ ਜਿਹੜੀਆਂ ਆ ਬਹੁਤ ਜ਼ਿਆਦਾ ਘੱਟ ਗਈਆਂ। ਜਿੱਥੇ 100 ਸੀ ਸਰਕਾਰੀ ਮੁਲਾਜ਼ਮ, ਉੱਥੇ ਹੁਣ 50 ਤੋਂ ਵੀ ਥੱਲੇ ਰਹਿ ਗਿਆ। ਰੇਲਵੇ 'ਚ 25 ਲੱਖ ਮੁਲਾਜ਼ਮ ਹੁੰਦਾ ਸੀ, ਹੁਣ 12 ਰਹਿ ਗਏ। ਹੁਣ ਇਹ ਪ੍ਰਾਈਵੇਟ ਰੇਲਵੇ ਕਰ ਦੇਣੀ ਆ, 100 ਕਿੰਨੀਆਂ ਗੱਡੀਆਂ ਪ੍ਰਾਈਵੇਟ, ਵੱਡੇ ਵੱਡੇ ਰੂਟ ਜਿਹੜੇ ਪ੍ਰੋਫਿਟ ਦੇਣ ਵਾਲੇ ਸੀ ਉਹ ਪ੍ਰਾਈਵੇਟਾਂ ਨੂੰ ਦੇਤੇ ਆ। ਜਿਹਦੇ ਨਾਲ ਹੋਣਾ ਕੀ ਆ ਕਿ ਜਿਹੜਾ 12 ਲੱਖ ਮਜ਼ਦੂਰ ਰੇਲਵੇ 'ਚ ਕੰਮ ਕਰਦਾ ਸੀ ਉਹਦੇ 'ਚੋਂ 3 ਹਿੱਸੇ ਹੋ ਜਾਣਾ ਅਤੇ ਚੌਥਾ ਹਿੱਸਾ ਮਜ਼ਦੂਰ ਰਹਿ ਜਾਣਾ ਆ। ਇਹਦੇ ਨਾਲ ਬੇਰੁਜ਼ਗਾਰੀ ਹੋਰ ਵਧਣੀ ਆ। ਇਸੇ ਤਰ੍ਹਾਂ ਬੈਂਕਾਂ 'ਚ, ਇਸੇ ਤਰ੍ਹਾਂ ਖਾਨਾਂ 'ਚ ਜਿਹੜਾ ਪਬਲਿਕ ਸੈਕਟਰ ਆ ਉਹਨੂੰ ਖਤਮ ਕਰਕੇ ਪ੍ਰਾਈਵੇਟ ਸੈਕਟਰ ਨੂੰ ਦੇ ਦੇਣਾ। ਅਤੇ ਪ੍ਰਾਈਵੇਟ ਜਿਹੜੇ ਟਾਟੇ, ਬਿਰਲੇ ਆ, ਅਡਾਨੀ, ਅੰਬਾਨੀ ਆ, ਉਹ ਸਿਰਫ ਮੁਨਾਫੇ ਲਈ ਕੰਮ ਕਰਦੇ ਆ। ਉਹ ਵੱਧ ਮਸ਼ੀਨਰੀ ਲਾ ਕੇ, ਵੱਧ ਟੈਕਨੋਲੋਜੀ ਦੀ ਵਰਤੋਂ ਕਰਨਗੇ ਅਤੇ ਲੇਬਰ ਦੀ ਵਰਤੋਂ ਘੱਟ ਤੋਂ ਘੱਟ ਕਰਨਗੇ, ਆਪਣੇ ਮੁਨਾਫੇ ਵਧਾਉਣਗੇ ਅਤੇ ਇਹਦੇ ਨਾਲ ਰੁਜ਼ਗਾਰ ਜਿਹੜਾ ਆ ਲੋਕਾਂ ਤੋਂ ਹੋਰ ਖੁੱਸੇਗਾ। ਗਰੀਬ ਅਤੇ ਅਮੀਰ ਦਾ ਪਾੜਾ, ਗਰੀਬ ਜਿਹੜੇ ਆ ਉਹ ਜਾਂ ਚੋਰੀਆਂ ਕਰਨਗੇ, ਜਾਂ ਡਾਕੇ ਮਾਰਨਗੇ, ਜਾਂ ਰਸਤੇ ਜਾਂਦਿਆਂ ਨੂੰ ਲੁੱਟ ਲਿਆ ਕਰਨਗੇ। ਔਰਤਾਂ ਜਿਹੜੀਆਂ ਉਹ ਬੇਸਵਾ ਬਣ ਗਈਆਂ। ਇਸ ਕਰਕੇ ਸਾਡਾ ਸਮਾਜ ਜਿਹੜਾ ਆ ਉਹ 'ਤੇ ਮਜ਼ਦੂਰ ਵਰਗ ਜਿਹੜਾ ਮਿਹਨਤਕਸ਼ ਵਰਗ ਆ ਉਹਨਾਂ ਦੀ 99% ਗਿਣਤੀ ਆ, ਅਤੇ ਜਿਹੜੇ ਲੁੱਟਣ ਵਾਲੇ ਉਹਨਾਂ ਦੀ ਗਿਣਤੀ ਸਿਰਫ 1% ਆ। 1% 99% ਲੁੱਟ ਵੀ ਰਿਹਾ ਅਤੇ ਰਾਜ ਵੀ ਉਹਦੇ 'ਤੇ ਕਰ ਰਿਹਾ। ਉਹ ਕਿਸ ਤਰ੍ਹਾਂ ਕਰਕੇ ਆ? ਕਿਉਂਕਿ ਉਹ ਰਾਜਨੀਤੀ ਕਰਦਾ।
ਮਜ਼ਦੂਰ ਵਰਗ ਨੂੰ ਰਾਜਨੀਤੀ 'ਚ ਕਿਹਾ ਜਾਂਦਾ ਵੀ ਤੁਸੀਂ ਨਾ ਹਿੱਸਾ ਲਓ, ਨੌਜਵਾਨਾਂ ਨੂੰ ਕਿਹਾ ਜਾਂਦਾ ਵੀ ਰਾਜਨੀਤੀ 'ਚ ਨਾ ਹਿੱਸਾ ਲਓ, ਵਿਦਿਆਰਥੀਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਰਾਜਨੀਤੀ 'ਚ ਨਾ ਹਿੱਸਾ ਲਓ ਕਿਉਂਕਿ ਰਾਜਨੀਤੀ ਬੜੀ ਗੰਦੀ ਆ। ਪਰੰਤੂ ਇਹ ਗੱਲ ਬੜੀ ਸਾਫ਼ ਆ, ਜੇ ਮਿਹਨਤੀ ਲੋਕ ਜਿਹੜੇ ਰਾਜਨੀਤੀ ਕਰਨਗੇ, ਆਪਣੀਆਂ ਜਥੇਬੰਦੀਆਂ ਬਣਾਉਣਗੇ, ਆਪਣੀਆਂ, ਕਿਉਂਕਿ ਜਥੇਬੰਦੀਆਂ ਬਣਾਉਣ ਤੋਂ ਬਿਨਾਂ ਉਹਨਾਂ ਕੋਲ ਨਾ ਪੈਸਾ ਆ, ਨਾ ਉਹਨੂੰ ਪ੍ਰਚਾਰ ਦੇ ਸਾਧਨ ਆ, ਸਰਕਾਰ ਤੇ ਦਬਾਅ ਪਾਉਣ ਲਈ ਉਹਨਾਂ ਕੋਲ ਕੋਈ ਸਾਧਨ ਨਹੀਂ। ਇੱਕੋ ਹੀ ਸਾਧਨ ਆ ਕਿ ਉਹ ਆਪਣੀ ਏਕਤਾ ਕਰਨ, ਆਪਣੀ ਜਥੇਬੰਦੀ ਬਣਾਉਣ, ਜਥੇਬੰਦੀ ਬਣਾ ਕੇ ਸਰਕਾਰ ਤੇ ਦਬਾਅ ਪਾਉਣ। ਮਜ਼ਦੂਰਾਂ ਦੀਆਂ ਜਥੇਬੰਦੀਆਂ 'ਚ ਜਿਹੜੇ ਮਜ਼ਦੂਰ ਨਹੀਂ ਸ਼ਾਮਲ ਹੋਏ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ, ਸਾਰੇ ਮਜ਼ਦੂਰਾਂ ਨੂੰ ਜਥੇਬੰਦੀ 'ਚ ਪਰੋਇਆ ਜਾਵੇ, ਯੂਨੀਅਨ ਦੇ ਮੈਂਬਰ ਬਣਾਇਆ ਜਾਵੇ। ਇਸੇ ਤਰ੍ਹਾਂ ਨੌਜਵਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਉਹਨਾਂ ਦੇ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸ਼ਾਮਲ ਕਰਾ ਕੇ ਉਹਨਾਂ ਦੇ ਮੈਂਬਰ ਬਣਾ ਕੇ ਰੁਜ਼ਗਾਰ ਦੀ ਲੜਾਈ ਜਿਹੜੀ ਆ, ਰੁਜ਼ਗਾਰ ਲੈਣ ਦੀ ਤੇ ਬੇਰੁਜ਼ਗਾਰੀ ਭੱਤਾ ਲੈਣ ਦੀ, ਵਿਦਿਆ ਸ਼ਾਸਤਰੀਕਰਨ ਦੀ, ਇਹਨਾਂ ਮੰਗਾਂ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲੜਨਾ ਚਾਹੀਦਾ। ਉਹਨਾਂ ਦੀ ਲੜਾਈ ਵਿੱਚ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਇਸੇ ਤਰ੍ਹਾਂ ਕਿਸਾਨ ਜਿਹੜਾ ਆ, ਦੇਸ਼ ਦਾ ਕਿਸਾਨ 60% ਸਾਡੀ ਜਿਹੜੀ ਆ ਵਸੋਂ ਦਾ ਉਹ ਕਿਸਾਨੀ ਤੇ ਨਿਰਭਰ ਆ। 60% ਰੁਜ਼ਗਾਰ ਜਿਹੜਾ ਕਿਸਾਨੀ 'ਚੋਂ ਮਿਲਦਾ ਆ। ਤੇ ਕਿਸਾਨ ਜਿਹੜੇ ਆ ਉਹਨਾਂ ਨੂੰ ਵੀ ਆਪਣੀਆਂ ਜਿਹੜੀ ਜਿਣਸ ਆ ਉਹਦਾ ਸਹੀ ਭਾਅ ਨਹੀਂ ਮਿਲਦਾ। ਜਿਹੜੀ ਲਾਗਤ ਕੀਮਤ ਆ ਉਹ ਵਧੀ ਜਾਂਦੀ ਆ। ਹੁਣ ਤੇਲ ਹੀ ਆ, ਜੇ ਤੇਲ ਨੂੰ ਘੱਟ ਕੀਮਤ ਤੇ ਜੋ ਲਾਗਤ ਕੀਮਤ ਆ ਸਰਕਾਰ ਕਿਸਾਨਾਂ ਨੂੰ ਦੇ ਦੇਵੇ ਜਾ ਕੇ, ਕਿਸਾਨ ਜਿਹੜਾ ਦੇਸ਼ ਲਈ ਪੈਦਾ ਕਰਦਾ ਸਭ ਕੁਝ, ਤੇ ਤੇਲ ਤੇ ਸਰਕਾਰ ਨਾ ਟੈਕਸ ਲਵੇ ਤੇ ਕਿਸਾਨੀ ਜਿਹੜੀ ਆ ਉਹਦਾ ਖਰਚਾ ਘੱਟ ਜਾਏਗਾ, ਤੇ ਖਰਚਾ ਘਟਣ ਨਾਲ ਉਹਦੀ ਆਮਦਨ ਵੱਧ ਜਾਏਗੀ ਤੇ ਉਹ ਜਿੰਦੀ ਰਹਿ ਜਾਊਗੀ। ਲੇਕਿਨ ਇਹ ਸਰਕਾਰਾਂ ਜਿਹੜੀਆਂ ਕਿਸਾਨੀ ਨੂੰ ਖਤਮ ਕਰਕੇ ਉਹਦੀਆਂ ਜ਼ਮੀਨਾਂ ਤੇ ਨਿਗਾਹ ਲਾਈ ਹੋਆ ਵੀ ਇਹਨਾਂ ਜ਼ਮੀਨਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਕਿੱਦਾਂ ਦੇਣੀਆਂ ਆ। ਅੱਜ ਜਿਹੜਾ ਕਿਸਾਨਾਂ ਦੇ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦੀ ਸੀ, ਉਹਦੇ 'ਤੇ 2-3 ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਨੇ ਲਾਗੂ ਚਲਾਏ ਆ, ਜਾਰੀ ਕੀਤੇ ਆ, ਉਹਦੇ ਨਾਲ ਕਿਸਾਨਾਂ ਨੂੰ ਜੋ ਭਾਅ ਮਿਲਦਾ ਸੀ ਉਹ ਵੀ ਨਹੀਂ ਮਿਲੇਗਾ। ਕਿਸਾਨੀ ਰੁਲ ਜਾਏਗੀ, ਉਹਨਾਂ ਦਾ ਮੰਡੀਆਂ 'ਚ ਕੋਈ ਪੁੱਛ ਪ੍ਰਤੀਤ ਨਹੀਂ ਹੋਣੀ। ਉਹਨਾਂ ਦਾ ਮੰਡੀ ਦੇ ਵਿੱਚ ਹੁਣ ਮੱਕੀ ਜਿਹੜੀ ਆ ਇਹ ਬੜੀ ਘੱਟ ਕੀਮਤ 'ਤੇ ਵਿਕ ਰਹੀ ਆ। ਜੋ ਮਿਨੀਮਮ ਸਪੋਰਟ ਪ੍ਰਾਈਸ ਆ 1800-1850 ਆ, ਲੇਕਿਨ ਮੱਕੀ 600 ਨੂੰ ਵੀ ਵਿਕੀ ਆ, ਮੱਕੀ 500 ਨੂੰ ਵੀ ਵਿਕੀ ਆ, ਹੁਣ 1000 ਨੂੰ ਵਿਕਣ ਰਹੀ ਹੋਆ ਤੇ ਮੱਕੀ ਨੂੰ ਪੂਰਾ ਰੇਟ ਨਹੀਂ ਮਿਲਿਆ। ਇਸੇ ਤਰ੍ਹਾਂ ਹੀ ਝੋਨਾ ਆ, ਜੇ ਸਰਕਾਰ ਨੇ, ਜੋ ਸਰਕਾਰ ਦੀ ਨੀਤੀ ਆ, ਝੋਨੇ ਨੂੰ ਵੀ ਪ੍ਰਾਈਵੇਟ ਕਰ ਦੇਣਗੇ ਤੇ ਜਿਹੜੀ ਸਰਕਾਰ ਦੀ ਖਰੀਦ ਆ ਕਰਨ ਵਾਲੀ ਜਿਹੜੀ ਏਜੰਸੀ ਆ ਉਹਨਾਂ ਦਾ ਭੋਗ ਪਾਤਾ ਜਾਊਗਾ। ਜੋ ਨਵੇਂ ਆਰਡੀਨੈਂਸ ਜਾਰੀ ਕੀਤੇ ਆ ਜੀ ਉਸ ਦਿਸ਼ਾ ਵਿੱਚ ਜਾ ਰਹੇ ਆ ਕਿ ਸਰਕਾਰ ਖਰੀਦ ਕਰਨ ਤੋਂ ਹਟ ਜਾਏਗੀ। ਜੇ ਸਰਕਾਰ ਨੇ ਖਰੀਦ ਕਰਨ ਕਿਸਾਨਾਂ ਦੀਆਂ ਚੀਜ਼ਾਂ, ਵਸਤਾਂ ਜਿਹੜੀਆਂ ਕਿਸਾਨ ਪੈਦਾ ਕਰਦਾ ਜਿਣਸਾਂ, ਉਹ ਖਰੀਦਣੀਆਂ ਛੱਡ ਦਿੱਤੀਆਂ ਤੇ ਕਿਸਾਨ ਮਾਰਿਆ ਜਾਊਗਾ। ਇਹ ਵੀ ਮੋਦੀ ਨੇ ਔਖੇ ਟਾਈਮ ਤੇ ਕਰੋਨਾ ਦਾ ਲਾਭ ਲੈ ਕੇ ਕਿਸਾਨੀ ਦੇ ਉੱਤੇ ਹਮਲਾ ਕੀਤਾ, ਮਜ਼ਦੂਰਾਂ ਤੇ ਵੀ ਹਮਲਾ ਕੀਤਾ, ਕਿਸਾਨੀ ਤੇ ਵੀ ਹਮਲਾ ਕੀਤਾ, ਮੱਧ ਵਰਗ ਤੇ ਵੀ ਹਮਲਾ ਕੀਤਾ, ਔਰ ਇਹਦਾ ਫਾਇਦਾ ਜਿਹੜਾ ਸਾਰੇ ਦਾ ਸਾਰਾ ਵੱਡੇ ਵੱਡੇ ਇਜਾਰੇਦਾਰ ਕਲਾਸ ਨੂੰ ਪਹੁੰਚਾਇਆ। ਕਿਉਂਕਿ ਮੋਦੀ ਦੀ ਪਾਰਟੀ ਵੱਡੇ ਇਜਾਰੇਦਾਰਾਂ ਦੀ ਪਾਰਟੀ ਆ, ਉਹਨਾਂ ਤੋਂ ਧਨ ਲੈ ਕੇ ਇਲੈਕਸ਼ਨਾਂ ਲੜਦੀ ਆ, ਉਹਨਾਂ ਦੇ ਪੈਸੇ ਨਾਲ ਇਲੈਕਸ਼ਨਾਂ ਲੜਦੀ ਆ, ਉਹਨਾਂ ਦੇ ਪ੍ਰਚਾਰ ਮੀਡੀਆ, ਅਖਬਾਰਾਂ ਦੇ ਪ੍ਰੈਸ ਮੀਡੀਆ, ਉਹਦੇ ਪ੍ਰਚਾਰ ਦੇ ਨਾਲ ਮੋਦੀ ਦੇ ਹੱਕ ਛਾਵਾ ਬਣਾਈ ਜਾਂਦੀ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ TV ਚੈਨਲ ਜਿੰਨੇ ਮੋਦੀ ਕਰੀ ਜਾਂਦੇ ਆ ਤੇ ਮੋਦੀ ਦੇ ਹੱਕ ਛਾਵਾ ਬਣਾ ਕੇ ਉਹਨੂੰ ਮੁੜ ਕੇ ਜਿਤਾਉਣ ਦੀ ਜਿਹੜੀ ਆ ਰਾਜਨੀਤੀ ਸਿਰਫ ਇਜਾਰੇਦਾਰ ਘਰਾਣਿਆਂ ਨੇ ਕੀਤੀ ਆ। ਕਿਉਂਕਿ ਇਜਾਰੇਦਾਰ ਘਰਾਣਿਆਂ ਨੂੰ ਸਭ ਤੋਂ ਵੱਧ ਵਿਸ਼ਵਾਸ ਮੋਦੀ ਤੇ ਆ। ਕਾਂਗਰਸ ਨੇ ਵੀ ਉਹਨਾਂ ਦੇ ਕੀਤਾ ਦਾ ਕੰਮ ਕਾਂਗਰਸ ਨੇ ਵੀ ਬਹੁਤ ਸੀ, ਪਰੰਤੂ ਕਾਂਗਰਸ ਨਾਲੋਂ ਜ਼ਿਆਦਾ ਮੋਦੀ ਨੇ ਉਹਨਾਂ ਦੇ ਰਾਹ ਪੱਧਰਾ ਕੀਤਾ, ਉਹਦੇ 'ਤੇ ਵਿਸ਼ਵਾਸ ਜ਼ਿਆਦਾ ਆ। ਕਿਉਂਕਿ ਮੋਦੀ ਇਜਾਰੇਦਾਰ ਘਰਾਣਿਆਂ ਨੂੰ ਜ਼ਿਆਦਾ ਲਾਭ ਪਹੁੰਚਾਉਣ ਲਈ ਵਫਾਦਾਰ ਆ। ਇਸ ਕਰਕੇ ਮੋਦੀ ਨੂੰ ਜਿਤਾਉਣ ਲਈ ਜਿਹੜਾ ਪ੍ਰੈਸ ਆ, ਧਨ ਦੀਆਂ ਗੋਲਕਾਂ ਸਾਰੀਆਂ ਮੋਦੀ ਦੇ ਹੱਕ 'ਚ ਵਰਤੀਆਂ ਜਾ ਰਹੀਆਂ। MLA MP ਖਰੀਦਣ 'ਤੇ ਵਰਤੀਆਂ ਜਾ ਰਹੀਆਂ। ਜਿੱਥੇ ਸਰਕਾਰ ਲੋਕਾਂ ਨੇ ਮੱਧ ਪ੍ਰਦੇਸ਼ ਕਾਂਗਰਸ ਦੀ ਬਣਾਈ, ਲੇਕਿਨ ਪੈਸੇ ਨੇ, ਧਨ ਨੇ, ਪ੍ਰਚਾਰ ਨੇ ਉਹ ਬਦਲ ਕੇ BJP ਦੀ ਸਰਕਾਰ ਬਣਾਤੀ। ਇਸੇ ਤਰ੍ਹਾਂ ਬਾਕੀ ਥਾਈਂ ਵੀ ਇੱਦਾਂ ਹੀ ਹੋ ਰਿਹਾ। ਜਿੱਥੇ ਵੀ ਕੋਈ ਸਰਕਾਰ ਆ ਉਹਦੇ ਬੰਦੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਖਰੀਦ ਕੇ ਮੋਦੀ ਦੀਆਂ ਸਰਕਾਰਾਂ ਬਣੀਆਂ। ਸਾਰੇ ਮੁਲਕ ਦੇ ਵਿੱਚ ਬਹੁਤ ਥਾਈਂ ਬਣੀਆਂ। ਸੋ ਇਹਦੇ ਲਈ ਸਾਡੀ ਜਿਹੜੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਮਜ਼ਦੂਰ ਵਰਗ ਰਾਜਨੀਤੀ ਕਰੇ। ਰਾਜਨੀਤੀ ਨਾ ਕਰਨ ਕਰਕੇ ਉਹ ਜ਼ਮੀਨਾਂ ਤੋਂ ਪਿਛੜ ਗਿਆ, ਵਾਂਝਾ ਰਹਿ ਗਿਆ। ਰਾਜਨੀਤੀ ਨਾ ਕਰਨ ਕਰਕੇ ਉਹ ਕਾਰਖਾਨਿਆਂ 'ਤੇ ਖਾਨਾ, ਕੂਲਾ ਖਾਨਾ, ਲੋਹਾ ਖਾਨਾ, ਡੀਜ਼ਲ, ਪੈਟਰੋਲ ਧਰਤੀ 'ਚੋਂ ਨਿਕਲਦਾ, ਉਹਦੇ ਲਾਭ ਜਿਹੜੇ ਲੈਣ ਤੋਂ ਵਾਂਝਾ ਰਹਿ ਗਿਆ। ਜੇ ਆਪਣੇ ਲਾਭ ਲੈਣੇ ਸਾਰੀਆਂ ਚੀਜ਼ਾਂ 'ਚੋਂ, ਜਲ ਜੰਗਲ ਜ਼ਮੀਨ 'ਚੋਂ, ਤੇ ਆਪਣੀ ਮਜ਼ਦੂਰੀ ਦੀ ਪੂਰਾ ਮੁੱਲ ਲੈਣਾ ਆ ਤੇ ਮਜ਼ਦੂਰ ਨੂੰ ਲਾਜ਼ਮੀ ਤੌਰ 'ਤੇ ਰਾਜਨੀਤੀ ਕਰਨੀ ਪਏਗੀ। ਮਜ਼ਦੂਰ ਨੂੰ ਰਾਜਨੀਤੀ ਕਰਨ ਲਈ ਆਪਣੀ ਜਿਹੜੀ ਆ ਉਹ ਆਪਣੀਆਂ ਜਥੇਬੰਦੀਆਂ ਬਣਾਉਣੀਆਂ ਪੈਣਗੀਆਂ, ਕਿਸਾਨਾਂ ਨੂੰ ਜਥੇਬੰਦੀਆਂ ਬਣਾਉਣੀਆਂ ਪੈਣਗੀਆਂ, ਔਰ ਇਹ ਸਾਰੀਆਂ ਜਥੇਬੰਦੀਆਂ ਆਪਣੇ ਸੰਘਰਸ਼ਾਂ ਦੇ ਵਿੱਚੋਂ, ਇਹਦੇ ਵਿੱਚੋਂ ਲੀਡਰਸ਼ਿਪ ਵਿਕਸਿਤ ਹੋਏਗੀ। ਔਰ ਲੀਡਰਸ਼ਿਪ ਜਿਹੜੀ ਆ
ਉਹ ਦੇ ਨਾਲ ਵਿਕਸਿਤ ਹੋ ਕੇ ਜਿਹੜੀ ਮਜ਼ਦੂਰਾਂ ਦੀ, ਕਿਸਾਨਾਂ ਦੀ, ਗਰੀਬਾਂ ਦੀ ਇਨਕਲਾਬੀ ਪਾਰਟੀ ਆ, ਇਨਕਲਾਬੀ ਪਾਰਟੀ ਜਿਹੜੀ ਇਹਨਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਆ, ਜਿਹੜੀ ਪੈਸੇ ਦੀ ਘਾਟ ਹੋਣ ਕਰਕੇ, ਮਜ਼ਦੂਰ ਵਰਗ ਤੇ ਕਿਸਾਨਾਂ 'ਚ ਚੇਤਨਾ ਘੱਟ ਹੋਣ ਕਰਕੇ ਆਮ ਤੌਰ ਤੇ ਬਹੁ ਗਿਣਤੀ ਦੀ ਹੱਕਾਂ ਲਈ ਲੜਨ ਦੇ ਬਾਵਜੂਦ ਹਾਰ ਜਾਂਦੀ ਹੈ, ਇਲੈਕਸ਼ਨਾਂ 'ਚ ਪਿੱਛੇ ਰਹਿ ਜਾਂਦੀ, ਫਾਡੀ ਰਹਿ ਜਾਂਦੀ ਆ, ਉਹਦੀ ਕੋਈ ਗੱਲ ਹੀ ਨਹੀਂ ਕਰਦਾ। ਇਸ ਕਰਕੇ ਜਿਹੜੀਆਂ ਇਹ ਪਾਰਟੀਆਂ ਆ, ਜਿਹਨਾਂ ਨੂੰ ਖੱਬੀਆਂ ਪਾਰਟੀਆਂ ਕਹਿੰਦੀਆਂ, ਜਿਹੜੀਆਂ ਕਮਜ਼ੋਰ ਪਾਰਟੀਆਂ ਆ, ਕਿਉਂਕਿ ਮਜ਼ਦੂਰ ਵਰਗ ਦੀ ਰਾਜਨੀਤੀ ਕਰਦੀਆਂ, ਪੂੰਜੀਪਤੀਆਂ ਦੇ ਖਿਲਾਫ ਰਾਜਨੀਤੀ ਕਰਦੀਆਂ, ਇਸ ਕਰਕੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਇਲੈਕਸ਼ਨਾਂ ਲੜਨ ਦਾ ਖਰਚਾ ਨਹੀਂ ਮਿਲਦਾ, ਪ੍ਰਚਾਰ ਸਾਧਨ ਉਹਦਾ ਪ੍ਰਚਾਰ ਗੱਲ ਨਹੀਂ ਕਰਦੇ, ਜਿਹਦੇ ਕਰਕੇ ਉਹ ਫਾਡੀ ਰਹਿ ਜਾਣਗੀਆਂ। ਜੇ ਮਜ਼ਦੂਰ ਵਰਗ 'ਚ ਚੇਤਨਾ ਆ ਜਾਏ, ਜੇ ਕਿਸਾਨੀ ਚੇਤਨਾ ਆ ਜਾਏ, ਸੰਘਰਸ਼ ਤੇਜ਼ ਹੋਣ ਕਿਸਾਨੀ ਦੇ, ਮਜ਼ਦੂਰਾਂ ਦੇ, ਮੁਲਾਜ਼ਮਾਂ ਦੇ, ਤੇ ਇਹ ਸੰਘਰਸ਼ ਵਿੱਚੋਂ ਮਜ਼ਦੂਰ ਜਮਾਤੀ ਇਨਕਲਾਬੀ ਪਾਰਟੀ ਵਿਕਸਿਤ ਹੋ ਕੇ ਨਿਕਲੇਗੀ ਤੇ ਇਹਦੇ ਨਾਲ ਪਾਰਲੀਮੈਂਟ ਵਿੱਚ, ਅਸੈਂਬਲੀਆਂ ਵਿੱਚ ਮਜ਼ਦੂਰ ਵਰਗ ਦੀ ਪ੍ਰਤੀਨਿਧਤਾ ਵਧੇਗੀ। ਪ੍ਰਤੀਨਿਧਤਾ ਵਧਣ ਦੇ ਨਾਲ ਮਜ਼ਦੂਰ ਵਰਗ ਨੂੰ ਰਹਿਤਾਂ ਮਿਲਣਗੀਆਂ, ਮਜ਼ਦੂਰ ਵਰਗ ਦੇ ਪੂਰਾ ਮੁੱਲ ਲੈਣ ਵਿੱਚ ਵੀ ਮਦਦ ਮਿਲੇਗੀ, ਟ੍ਰੇਡ ਯੂਨੀਅਨ ਦਾ ਹੱਕ ਮਿਲਣਗੇ ਔਰ ਟ੍ਰੇਡ ਯੂਨੀਅਨਾਂ ਮਜ਼ਬੂਤ ਹੋਣਗੀਆਂ, ਪੁਲਿਸ ਦਾ ਦਖਲ ਨਹੀਂ ਹੋਏਗਾ ਤੇ ਫਿਰ ਮਜ਼ਦੂਰ ਆਪਣੀ ਤਨਖਾਹ ਵਧਾਉਣ 'ਚ ਵੀ ਕਾਮਯਾਬ ਹੋ ਜਾਏਗਾ ਤੇ ਰਹਿਤਾਂ ਲੈਣ 'ਚ ਵੀ। ਜਿਹੜਾ ਬਜਟ ਦੇ ਵਿੱਚ ਸਾਨੂੰ ਬੁਢਾਪਾ ਪੈਨਸ਼ਨ ਆ, ਉਹ MLA ਦੀ, MPਆਂ ਦੀ, ਵਰਗ ਪੂੰਜੀਪਤੀ ਵਰਗ ਦੀ ਰਾਜਨੀਤੀ ਦਾ ਮੁਕਾਬਲਾ ਮਜ਼ਦੂਰ ਜਮਾਤ ਨੇ ਕਰਨਾ ਆ ਤੇ ਉਹਦੀ ਰਾਜਨੀਤੀ ਜਿਹੜੀ ਆ ਉਹ ਮਜ਼ਬੂਤ ਹੋਣੀ ਚਾਹੀਦੀ ਆ। ਉਹਦੀ ਰਾਜਨੀਤੀ ਮਜ਼ਬੂਤ ਹੋਣ ਲਈ ਉਹਦੀਆਂ ਜਥੇਬੰਦੀਆਂ ਮਜ਼ਬੂਤ ਹੋਏ ਬਿਨਾਂ ਰਾਜਨੀਤੀ ਮਜ਼ਬੂਤ ਨਹੀਂ ਹੋਏਗੀ।